इहा उहा सच होवै, संत सरन जो जन परै, सो जन उदरन हार। संत की निंदा नानका, बौर बौर अवतार। तू बेअंत को विरला जाने, गुर प्रसाद को शब्द बखाने। दर्शन मांगो दे प्यारे, तुमरी सेवा कौन कौन ना तारे। लख खुशियाँ पातशाहियाँ, जे सतगुर नदर करे। निमख एक हर नाम दे, मेरा मन तन शीतल होए। सुखा होटल गुर सेविया, ऐनस सहज सुभाए। दर्शन परसिय गुरु के, जन्म मरण दुख जाए। होए सिफत खसामदी, नूर अरसों कुरसों चटिया। खुद डिठे सच्चे पातशाह, मल जन्म जन्म दी कटिया। खुद डिठे सच्चे पातशाह, मल जन्म जन्म दी कटिया। सतनाम श्री वाहिगुरु साहिब जीओ। सोरठ महला पंजवा। परमेश्वर दिता बना, दुख रोग का डेरा पन्ना। आनंद करे नर नारी, हर हर प्रभु कृपा तारी। संतो सुख हुआ सब थाई, पार ब्रह्म पूर्ण परमेश्वर। रव रहा सबनी जाई, परमेश्वर दिता बना। दुख रोग का डेरा पन्ना। वाहिगुरु जी का खालसा, वाहिगुरु जी की फतेह। पतित पावन किरपा निधान सतगुरु गरीब नवाज गुरु ग्रंथ साहिब जियां दी पवित्र पावन हजूरी अंदर विराजमान हो रही गुरु की संगत। सतगुरां ने महान रहमत करके कृपा करके अमृत वेले दे इस सोहने सुभागे समय सानू बख्शिश कीते। आप संगतां गुरु दरबार विच बैठ के सतगुरां दी गुरबाणी कीर्तन आसा दी वार सरवण करके लाहा प्राप्त कर रहे सी। इस वेले आपां लड़ीवार गुरबाणी दी कथा महाराज दे महावाक ने सुनहर कथा उतारी मैल। ये ऐसी कथा है परमेश्वर दी जिसनू सरवण करके ये मन नू लगी हुई मैल विकारां दी उतर जाती है। ये ऐसी कथा है जिसनू सरवण करके सचखंड की प्राप्ति होंदी है। ऐसी कथा आप जी सरवण करन वास्ते गुरु दरबार में आके प्राप्त होए हो। सो आओ कुछ समय वास्ते अपने मन के ध्यान नू टकाइए, भावना नाल शरधा नाल सतगुरां दे अगमी बचन अमृत बचन जेड़े ने उन्होंने सरवण करके लाहा प्राप्त करिए। मिल के आखिए जी सतनाम श्री वाहिगुरु साहिब जी। सतनाम श्री वाहिगुरु साहिब जी। सोरठ महला पंजवा।
ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਦਾ ਜਹਾਜ਼ ਤਿਆਰ ਕਰਨ ਵਾਲੇ, ਲੋਕਾਈ ਦਾ ਭਲਾ ਕਰਨ ਵਾਲੇ ਸ੍ਰੀ ਹਰਿਮੰਦਰ ਸਾਹਿਬ ਜੀਆਂ ਨੂੰ ਸਾਜ ਕੇ ਸਾਨੂੰ ਦਰਸ਼ਨਾਂ ਵਾਸਤੇ ਬਖਸ਼ਿਸ਼ ਕਰਨ ਵਾਸਤੇ ਐਸੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ, ਜਿਨ੍ਹਾਂ ਨੇ ਦਾਤਾ ਸਾਨੂੰ ਵਡਮੁੱਲੀਆਂ ਬਖਸ਼ਿਸ਼ ਕੀਤੀਆਂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਜੀਆਂ ਦੇ ਮਹਾਨ ਗੁਣਾਂ ਨੂੰ ਕਿਵੇਂ ਕਹਿ ਕਹਿ ਕੇ ਦੱਸੀਏ। ਕਿਹੜੇ ਕਿਹੜੇ ਪਰਉਪਕਾਰ ਆਪ ਜੀਆਂ ਨੇ ਕੀਤੇ ਨੇ। ਆਪ ਜੀ ਵੱਡੇ ਭਾਰੀ ਪਰਉਪਕਾਰੀ ਹੋ। ਐਸੀਆਂ ਦਾਤਾਂ ਗੁਰਬਾਣੀ, ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪ ਜੀਆਂ ਨੇ ਤਿਆਰ ਕੀਤਾ ਹੈ। ਗੁਰਬਾਣੀ ਸਾਨੂੰ ਬਖਸ਼ੀ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਤਿਆਰ ਕਰਵਾਇਆ, ਅੰਮ੍ਰਿਤ ਸਰੋਵਰ ਦੀ ਸੇਵਾ ਕਰਾਈ ਹੈ। ਇਹ ਵੱਡੇ ਕਾਰਜ ਆਪ ਜੀਆਂ ਨੇ ਆਪਣੀ ਜ਼ਿੰਦਗੀ ਵਿੱਚ ਇਹ ਬਖਸ਼ਿਸ਼ ਕੀਤੇ। ਤਰਨ ਤਾਰਨ ਵਰਗੇ ਤੀਰਥ ਨੂੰ ਆਪ ਜੀਆਂ ਨੇ ਪ੍ਰਗਟ ਕੀਤਾ ਹੈ। ਇਹ ਮਹਾਰਾਜ ਐਸੀਆਂ ਦਾਤਾਂ ਆਪ ਜੀ ਬਖਸ਼ਿਸ਼ ਕਰਨ ਵਾਲੇ, ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪਰਮੇਸ਼ਰ ਦਿੱਤਾ ਬੰਨਾ। ਇਹ ਜੋ ਸ਼ਬਦ ਆਪਾਂ ਅੱਜ ਸਰਵਨ ਕਰਨ ਜਾ ਰਹੇ ਹਾਂ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਉਸ ਵੇਲੇ ਉਚਾਰਨ ਕੀਤਾ ਸੀ ਜਿਸ ਵੇਲੇ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੋਈ। ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦਾ ਅਵਤਾਰ ਹੋਇਆ। ਦਾਸੀਆਂ ਨੇ, ਸੇਵਕਾਂ ਨੇ ਜਾ ਕੇ ਦੱਸਿਆ, ਮਹਾਰਾਜ ਸਾਹਿਬ ਜੀ ਆਪ ਜੀ ਨੂੰ ਪੁੱਤਰ ਦੀ ਪ੍ਰਾਪਤੀ ਹੋਈ ਹੈ। ਅਤੇ ਸਤਿਗੁਰੂ ਇਹ ਖੁਸ਼ੀ ਦਾ ਬਚਨ ਸੁਣਦਿਆਂ ਹੋਇਆਂ ਉਸ ਵੇਲੇ ਇਹ ਸ਼ਬਦ ਜੋ ਹੈ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਗੁਰਮੁਖੋ ਇਹਦੇ ਪਿੱਛੇ ਜਿਹੜੀ ਉਥਾਨਕਾ ਇਤਿਹਾਸ ਹੈ ਬਹੁਤ ਵੱਡਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਹਿਲਾ ਵਿਆਹ ਮਾਤਾ ਰਾਮ ਕੌਰ ਜੀ ਦੇ ਨਾਲ ਹੋਇਆ। ਸਾਨੂੰ ਇਹ ਬਹੁਤਾ ਪਤਾ ਨਹੀਂ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਵੀ 2 ਹੀ ਵਿਆਹ ਹੋਏ ਸਨ। ਸੋ ਪਹਿਲੇ ਮਾਤਾ ਜੀਆਂ ਦਾ ਨਾਮ ਮਾਤਾ ਰਾਮ ਕੌਰ ਹੈ ਅਤੇ ਮਾਤਾ ਰਾਮ ਕੌਰ ਜੀਆਂ ਦਾ ਬਹੁਤਾ ਲੰਮਾ ਸਮਾਂ ਸੰਬੰਧ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਨਾਲ ਨਹੀਂ ਰਿਹਾ। ਵਿਆਹ ਤੋਂ ਥੋੜ੍ਹਾ ਸਮਾਂ ਬਾਅਦ ਵਿੱਚ ਹੀ ਸੋ ਮਾਤਾ ਰਾਮ ਕੌਰ ਜੀ 1646 ਬਿਕਰਮੀ ਸੰਮਤ ਨੂੰ ਸਰੀਰ ਛੱਡ ਕੇ ਸੱਚਖੰਡ ਨੂੰ ਚਲੇ ਗਏ। ਉਸ ਤੋਂ ਉਪਰੰਤ ਮਾਤਾ ਗੰਗਾ ਜੀਆਂ ਨੇ ਸੋ ਬੇਨਤੀ ਕਰਕੇ ਸੋ ਵਾਹਿਗੁਰੂ ਜੀ ਉਸ ਤੋਂ ਉਪਰੰਤ ਮਾਤਾ ਭਾਨੀ ਜੀਆਂ ਨੇ ਕਹਿ ਕੇ ਅਤੇ ਬਾਬਾ ਬੁੱਢਾ ਸਾਹਿਬ ਵਰਗੇ ਗੁਰਸਿੱਖਾਂ ਨੇ ਕਹਿ ਕੇ, ਭਾਈ ਗੁਰਦਾਸ ਜੀ ਵਰਗੇ ਜਿਹੜੇ ਗੁਰਸਿੱਖ ਸਨ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਸੋ ਆਪ ਜੀ ਕਿਰਪਾ ਕਰੋ ਦੂਜਾ ਵਿਆਹ ਕਰਵਾਉਣ ਦੀ ਇਹ ਬੇਨਤੀ ਪ੍ਰਵਾਨ ਕਰੋ। ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆਪਣੀ ਮਾਤਾ ਭਾਨੀ ਜੀਆਂ ਦਾ ਬਚਨ ਮੰਨਦਿਆਂ ਹੋਇਆਂ ਅਤੇ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀਆਂ ਦੇ ਕਹਿ ਬਚਨ ਮੰਨਦਿਆਂ ਹੋਇਆਂ ਸੰਗਤ ਰਾਏ ਸੇਖੜੀ ਨਾਮ ਦਾ ਇੱਕ ਖੱਤਰੀ ਸਿੱਖ ਜਿਹੜਾ ਫਲੌਰ ਦੀ ਧਰਤੀ ਮਾਓ ਨਾਮ ਦੇ ਨਗਰ ਵਿੱਚ ਰਹਿੰਦਾ, ਉਸ ਦੀ ਜਿਹੜੀ ਸੁਪੁੱਤਰੀ ਹੈ ਨਾਮ ਹੈ ਬੀਬੀ ਗੰਗਾ ਦੇਵੀ। ਉਸ ਗੰਗਾ ਦੇਵੀ ਦੇ ਨਾਲ ਮਹਾਰਾਜ ਜੀਆਂ ਦਾ ਫਿਰ ਜਿਹੜਾ ਦੂਸਰਾ ਵਿਆਹ ਹੋਇਆ, ਜਿਸ ਨੂੰ ਇਤਿਹਾਸ ਦੇ ਵਿੱਚ ਆਪਾਂ ਮਾਤਾ ਗੰਗਾ ਜੀ ਕਹਿ ਕੇ ਯਾਦ ਕਰਦੇ ਹਾਂ। ਮਾਤਾ ਗੰਗਾ ਜੀਆਂ ਦਾ ਨਾਮ ਗੰਗਾ ਦੇਵੀ ਹੈ ਅਤੇ ਪਿਤਾ ਦਾ ਨਾਮ ਸੰਗਤ ਰਾਏ ਸੇਖੜੀ ਹੈ। ਐਸੇ ਗੁਰਸਿੱਖ ਦੇ ਘਰ ਦੇ ਵਿੱਚ ਮਹਾਰਾਜ ਜੀਆਂ ਨੇ ਵਿਆਹ ਕਰਵਾ ਕੇ 1647 ਬਿਕਰਮੀ ਜੋ ਸੰਮਤ ਹੈ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਮਹਾਰਾਜ ਜੀਆਂ ਨੇ ਮਾਤਾ ਗੰਗਾ ਜੀਆਂ ਨੂੰ ਲੈ ਕੇ ਆਂਦਾ। ਗੁਰਮੁਖੋ ਕਾਫੀ ਸਮਾਂ ਲੰਘ ਗਿਆ। ਦੂਸਰਾ ਵਿਆਹ ਹੋਣ ਤੋਂ ਮਗਰੋਂ ਵੀ ਘਰ ਦੇ ਵਿੱਚ ਔਲਾਦ ਪ੍ਰਾਪਤ ਨਹੀਂ ਹੋਈ ਹੈ, ਸੰਤਾਨ ਪ੍ਰਾਪਤ ਨਹੀਂ ਹੋਈ। ਜਿਸ ਤਰ੍ਹਾਂ ਕਿ ਮਹਾਰਾਜ ਜੀਆਂ ਦਾ ਸੁਭਾਅ ਹੈ, ਤੇਰਾ ਕੀਆ ਮਿੱਠਾ ਲੱਗੈ। ਸਤਿਗੁਰੂ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਜਾਣਦੇ, ਉਹਦੀ ਰਜਾ ਵਿੱਚ ਹੀ ਮਹਾਰਾਜ ਸਾਹਿਬ ਜੀ ਰਹਿੰਦੇ। ਇਸ ਕਰਕੇ ਮਹਾਰਾਜ ਸਾਹਿਬ ਜੀ ਸੰਗਤ ਦੀ ਸੇਵਾ ਵਿੱਚ ਲੱਗੇ ਹੋਏ। ਪਰ ਗੁਰਮੁਖੋ ਇੱਕ ਦਿਨ ਐਸਾ ਆਇਆ, ਕਾਬਲ ਦੀਆਂ ਸੰਗਤਾਂ, ਪਿਸ਼ੌਰ ਦੀਆਂ ਸੰਗਤਾਂ, ਕਸ਼ਮੀਰ ਦੀਆਂ ਸੰਗਤਾਂ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਜਿਸ ਵੇਲੇ ਆਈਆਂ, ਉਸ ਵੇਲੇ ਬੇਅੰਤ ਸੰਗਤਾਂ ਨੇ ਮਾਇਆ ਅਤੇ ਪਦਾਰਥ ਤੇ ਵਸਤਰਾਂ ਦੀ ਸੇਵਾ ਕੀਤੀ। ਜਿਵੇਂ ਪਸ਼ਮੀਨੇ ਦੇ ਕੱਪੜੇ ਨੇ, ਰੇਸ਼ਮ ਦੇ ਕੱਪੜੇ ਨੇ, ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਵਸਤਰ ਨੇ, ਬੜੇ ਬੜੇ ਸੋਹਣੇ ਮਖਮਲ ਦੇ ਵਸਤਰ, ਐਸੇ ਵਸਤਰ ਸੰਗਤਾਂ ਦੂਰੋਂ ਦੁਰਾਡੇ ਤੋਂ ਮਹਾਰਾਜ ਵਾਸਤੇ ਲੈ ਕੇ ਆਈਆਂ। ਸਤਿਗੁਰਾਂ ਨੇ ਉਹ ਵਸਤਰ ਜਿਹੜੇ ਸਨ ਆਪਣੇ ਘਰ ਦੇ ਵਿੱਚ ਭੇਜ ਦਿੱਤੇ। ਤੇ ਉਸ ਵੇਲੇ ਮਾਤਾ ਗੰਗਾ ਜੀ ਨੇ ਇਹ ਮਨ ਵਿੱਚ ਸੋਚਿਆ ਵੀ ਅੱਗੇ ਬਰਸਾਤ ਦੇ ਦਿਨ ਆਉਣ ਵਾਲੇ ਨੇ, ਇਹਨਾਂ ਕੱਪੜਿਆਂ ਨੂੰ ਕੀੜਾ ਨਾ ਲੱਗ ਜਾਵੇ ਜਾਂ ਕਿਸੇ ਤਰ੍ਹਾਂ ਦੀ ਟਿੱਡੀ ਕੋਈ ਇਹਨਾਂ ਕੱਪੜਿਆਂ ਨੂੰ ਟੁੱਕ ਨਾ ਜਾਵੇ, ਖਰਾਬ ਨਾ ਕਰ ਦੇਵੇ।
ਇਹ ਗੱਲ ਮਨ ਵਿੱਚ ਸੋਚ ਕੇ ਤੇ ਮਾਤਾ ਜੀਆਂ ਨੇ ਕੱਪੜਿਆਂ ਨੂੰ ਬਾਹਰ ਛੱਤ ਦੇ ਉੱਪਰ ਧੁੱਪੇ ਸੁੱਕਣੇ ਪਾ ਦਿੱਤਾ। ਇੱਕ ਖਾਸ ਤਰ੍ਹਾਂ ਦੀ ਧੂਪ ਜਿਹੜੀ ਆ ਕੱਪੜਿਆਂ ਨੂੰ ਦਿੱਤੀ ਗਈ, ਜਿਸ ਦੇ ਨਾਲ ਕਿ ਕੱਪੜਿਆਂ ਨੂੰ ਕੀੜਾ ਵਗੈਰਾ ਨਾ ਲੱਗੇ ਜਾਂ ਮੱਖੀ ਜਾਂ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਜੰਤ ਹੈ ਉਹ ਕੱਪੜਿਆਂ ਨੂੰ ਕੱਟ ਖਰਾਬ ਨਾ ਕਰ ਸਕੇ। ਇਹ ਮਹਿੰਗੇ ਮੁੱਲ ਦੇ ਕੱਪੜੇ ਨੇ। ਮਾਤਾ ਗੰਗਾ ਜੀਆਂ ਨੇ ਇਸ ਤਰ੍ਹਾਂ ਉਹ ਦੇ ਕੇ ਸੁਗੰਧੀ ਤੇ ਧੁੱਪੇ ਸੁੱਕਣੇ ਪਾ ਦਿੱਤਾ ਅਤੇ ਇਸ ਤਰ੍ਹਾਂ ਉਹ ਸਾਰਾ ਦਿਨ ਕੱਪੜੇ ਸੁੱਕਦੇ ਰਹੇ। ਕਹਿਣ ਲੱਗੇ ਇੱਧਰੋਂ ਮਾਤਾ ਗੰਗਾ ਜੀਆਂ ਦੀ ਜਠਾਣੀ ਬਾਬਾ ਪ੍ਰਿਥੀ ਚੰਦ ਦੇ ਘਰ ਵਾਲੀ ਜੋ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਵੱਡੇ ਭਰਾ ਨੇ, ਉਹ ਕਿਸੇ ਬਹਾਨੇ ਕੋਠੇ ਦੀ ਛੱਤ ਦੇ ਉੱਪਰ ਚੜ੍ਹੀ ਤੇ ਜਦੋਂ ਉਸਨੇ ਐਸੇ ਬਸਤਰ ਮਹਿੰਗੇ ਬੜੇ ਸੋਹਣੇ ਸੁੱਕਦੇ ਧੁੱਪ ਦੇ ਵਿੱਚ ਪਾਏ ਹੋਏ ਵੇਖੇ, ਮਨ ਦੇ ਵਿੱਚ ਬਹੁਤਾ ਗੁੱਸਾ ਆਇਆ, ਬੜੀ ਈਰਖਾ ਆਈ ਹੈ। ਜੇ ਅੱਜ ਗੁਰੂ ਅਸੀਂ ਹੁੰਦੇ, ਮੇਰਾ ਪਤੀ ਅੱਜ ਗੁਰੂ ਪਦਵੀ ਤੇ ਬੈਠਾ ਹੁੰਦਾ, ਗੁਰਤਾ ਗੱਦੀ ਤੇ ਹੁੰਦਾ, ਇਹ ਸਾਰੇ ਕੱਪੜੇ ਵਸਤੂਆਂ ਮੇਰੇ ਕੋਲ ਆਉਣੀਆਂ ਸਨ, ਮੈਂ ਇਹਨਾਂ ਦੀ ਮਾਲਕਣ ਹੋਣਾ ਸੀ। ਇਹ ਮਨ ਦੇ ਵਿੱਚ ਵਿਚਾਰ ਆਈ, ਬੜੇ ਗੁੱਸੇ ਦੇ ਨਾਲ ਆਪਣੇ ਘਰ ਵਿੱਚ ਆਈ ਹੈ। ਇੰਨੇ ਚਿਰ ਨੂੰ ਬਾਬਾ ਪ੍ਰਿਥੀ ਚੰਦ ਜੀ ਬਾਹਰੋਂ ਕਿਸੇ ਕੰਮ ਗਏ ਹੋਏ, ਉਹ ਵੀ ਵਾਪਸ ਆ ਗਏ ਤੇ ਉਹ ਜਿਹੜੀ ਕਰਮੋ ਨਾਮ ਦੀ ਜਠਾਣੀ ਹੈ ਨਾ ਮਾਤਾ ਗੰਗਾ ਜੀਆਂ ਦੇ, ਉਹ ਲੜਨ ਲੱਗ ਪਈ ਬਾਬਾ ਪ੍ਰਿਥੀ ਚੰਦ ਦੇ ਨਾਲ, ਆਪਣੇ ਘਰ ਵਾਲੇ ਦੇ ਨਾਲ। ਕਹਿਣ ਲੱਗੀ ਵੀ ਤੁਹਾਡੀ ਨਲਾਇਕੀ ਹੈ, ਤੁਸੀਂ ਨਲਾਇਕ ਹੋ, ਆਪਣੇ ਪਿਤਾ ਦੀ ਆਗਿਆ ਨਹੀਂ ਮੰਨੀ। ਜੇ ਆਗਿਆ ਮੰਨ ਲੈਂਦੇ ਅੱਜ ਗੁਰਤਾ ਗੱਦੀ ਤੇ ਤੁਸੀਂ ਬੈਠੇ ਹੋਣਾ ਸੀ। ਇਹ ਜਿੰਨੇ ਪਦਾਰਥ ਨੇ ਸਾਰੇ ਮੇਰੇ ਕੋਲ ਆਉਣੇ ਸਨ, ਮੈਂ ਇਹਨਾਂ ਦੀ ਸਾਂਭ ਸੰਭਾਲ ਕਰਨੀ, ਪਰ ਤੁਸੀਂ ਆਪਣੇ ਪਿਤਾ ਦਾ ਬਚਨ ਨਹੀਂ ਮੰਨਿਆ, ਆਗਿਆ ਨਹੀਂ ਮੰਨੀ ਹੈ। ਇਸ ਕਰਕੇ ਗੁਰਤਾ ਗੱਦੀ ਤੋਂ ਤੁਸੀਂ ਵਾਂਝੇ ਰਹਿ ਗਏ ਅਤੇ ਗੁਰਤਾ ਗੱਦੀ ਸਾਡੇ ਸ਼ਰੀਕ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਮਿਲ ਗਈ ਹੈ। ਇਸ ਤਰ੍ਹਾਂ ਦੀਆਂ ਕਈ ਗੱਲਾਂ ਕਰਮੋ ਦੇਵੀ ਨੇ ਬੜੇ ਗੁੱਸੇ ਦੇ ਨਾਲ ਆਪਣੇ ਘਰ ਵਾਲੇ ਆਪਣੇ ਪਤੀ ਦੇ ਨਾਲ ਕੀਤੀਆਂ। ਇਹਨਾਂ ਗੱਲਾਂ ਨੂੰ ਸੁਣ ਕੇ ਪ੍ਰਿਥੀ ਚੰਦ ਨੇ ਜਵਾਬ ਦਿੱਤਾ, ਕਹਿਣ ਲੱਗਾ, ਕਰਮੋ ਤੂੰ ਇਸ ਤਰ੍ਹਾਂ ਗੁੱਸਾ ਨਾ ਆਪਣੇ ਮਨ ਵਿੱਚ ਕਰ, ਦੁਖੀ ਨਾ ਹੋ ਕਿ ਇਹ ਸਮਾਨ ਉਹਨਾਂ ਦਾ, ਇਹ ਤੇ ਕੇਵਲ ਰੱਖਣ ਵਾਸਤੇ ਉਹਨਾਂ ਦੀ ਰੱਬ ਨੇ ਡਿਊਟੀ ਲਾਈ ਹੈ। ਵੇਖ ਉਹਨਾਂ ਦੇ ਘਰ ਵਿੱਚ ਪੁੱਤਰ ਹਾਲੇ ਤੱਕ ਹੋਇਆ ਨਹੀਂ ਅਤੇ ਮੈਂ ਇਹ ਸ਼ਰਾਪ ਦਿੰਦਾ ਹਾਂ ਵੀ ਗਾਂ ਵੀ ਉਹਨਾਂ ਦੇ ਘਰ ਵਿੱਚ ਪੁੱਤਰ ਹੋਣਾ ਹੀ ਨਹੀਂ ਹੈ। ਮੈਂ ਵੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸਪੁੱਤਰ ਹਾਂ, ਮੇਰੇ ਵੀ ਬਚਨ ਪੂਰੇ ਹੁੰਦੇ, ਮੈਂ ਇਹ ਸ਼ਰਾਪ ਵਾਲਾ ਬਚਨ ਕਹਿ ਦਿੰਦਾ ਕਿ ਉਹਨਾਂ ਦੇ ਘਰ ਵਿੱਚ ਪੁੱਤਰ ਨਹੀਂ ਹੋਣਾ। ਜਦੋਂ ਪੁੱਤਰ ਨਹੀਂ ਹੋਵੇਗਾ ਤੇ ਵੇਖੋ ਆਪਣੇ ਪੁੱਤਰ ਦੇ ਨਾਲ ਕਿੰਨਾ ਪਿਆਰ ਕਰਦੇ। ਮਿਹਰਬਾਨ ਇਹ ਨਾਮ ਹੈ, ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਵੱਡੇ ਪੋਤਰੇ ਦਾ ਨਾਮ ਮਿਹਰਬਾਨ ਹੈ, ਜੋ ਪ੍ਰਿਥੀ ਚੰਦ ਜੀਆਂ ਦਾ ਵੱਡਾ ਪੁੱਤਰ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਵੱਡਾ ਭਤੀਜਾ ਹੈ। ਪ੍ਰਿਥੀ ਚੰਦ ਕਹਿਣ ਲੱਗਾ ਵੀ ਆਪਣੇ ਪੁੱਤਰ ਦੇ ਨਾਲ ਮੇਰਾ ਛੋਟਾ ਭਰਾ ਬਹੁਤ ਪਿਆਰ ਕਰਦਾ, ਉਹਨੂੰ ਝੋਲੀ ਵਿੱਚ ਬਿਠਾਉਂਦਾ, ਗੋਦੀ ਵਿੱਚ ਬਿਠਾਉਂਦਾ, ਉਹਦੇ ਮੂੰਹ ਦੇ ਵਿੱਚ ਬੁਰਕੀਆਂ ਪਾਉਂਦਾ, ਕਿੰਨਾ ਲਾਡ ਕਰਦੇ। ਲਾਡ ਕਰਨ ਤੋਂ ਭਾਵੇਂ ਹੈ ਅੱਜ ਨਹੀਂ ਤੇ ਕੱਲ ਗੁਰਤਾ ਗੱਦੀ ਤੇਰੇ ਪੁੱਤਰ ਨੂੰ ਹੀ ਮਿਲਣੀ ਹੈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਪੁੱਤਰ ਤੇ ਹੈ ਨਹੀਂ, ਨਾ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ। ਤੇ ਫਿਰ ਆਪਣੇ ਪੁੱਤਰ ਨਾਲ ਉਹ ਪਿਆਰ ਕਰਦੇ ਤੇ ਇਹਨੂੰ ਹੀ ਗੁਰਤਾ ਗੱਦੀ ਤੇ ਬਿਠਾਉਣਗੇ। ਇਹ ਵਸਤੂਆਂ ਤੇ ਕੇਵਲ ਸਾਂਭਣ ਵਾਸਤੇ ਰੱਬ ਨੇ ਡਿਊਟੀ ਲਾਈ ਹੈ, ਅਸਲ ਵਿੱਚ ਇਹ ਸਾਰੀਆਂ ਤੇਰੇ ਕੋਲ ਹੀ ਆ ਜਾਣੀਆਂ। ਜਦੋਂ ਇਹ ਗੱਲ ਪ੍ਰਿਥੀ ਚੰਦ ਨੇ ਆਖੀ ਕਰਮੋਂ ਨੂੰ, ਦੋਨੇ ਜਾਣੇ ਗੱਲ ਕਰਕੇ ਬੜੇ ਖੁਸ਼ ਹੋਏ, ਮਨ ਵਿੱਚ ਵੀ ਇਹ ਤੇ ਵਾਕਿਆ ਬੜੀ ਚੰਗੀ ਗੱਲ ਹੈ। ਇਹਨਾਂ ਦੇ ਘਰ ਵਿੱਚ ਇੱਕ ਨੌਕਰਾਣੀ ਹੈ, ਘਰ ਵਿੱਚ ਪੋਚਾ ਵਗੈਰਾ ਲਾਉਂਦੀ, ਕੰਮਕਾਰ ਸਾਫ ਸਫਾਈ ਕਰਦੀ। ਉਸ ਨੌਕਰਾਣੀ ਦਾਸੀ ਨੇ ਸਾਰੀ ਗੱਲ ਸੁਣ ਲਈ ਵੀ ਇਹ ਪ੍ਰਿਥੀ ਚੰਦ ਤੇ ਉਹਦੀ ਘਰਵਾਲੀ ਖੁਸ਼ ਹੋ ਰਹੇ ਨੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਵਿੱਚ ਪੁੱਤਰ ਨਹੀਂ ਹੋਣਾ ਤੇ ਪਦਾਰਥ ਸਾਰੇ ਸਾਡੇ ਹੋਣੇ। ਇਸ ਦਾਸੀ ਨੇ ਜਾ ਕੇ ਆਪਣੀ ਕਿਸੇ ਸਹੇਲੀ ਦੇ ਨਾਲ ਗੱਲ ਕੀਤੀ, ਜਿਸ ਘਰ ਦੇ ਵਿੱਚ ਮੈਂ ਕੰਮ ਕਰਦੀ ਹਾਂ, ਮੇਰਾ ਮਾਲਕ ਜਿਹੜਾ ਹੈ ਉਹ ਕਹਿੰਦਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਵਿੱਚ ਪੁੱਤਰ ਹੀ ਨਹੀਂ ਹੋਣਾ ਹੈ। ਜਿਹੜੀ ਸਹੇਲੀ ਦੇ ਨਾਲ ਗੱਲ ਕੀਤੀ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਵਿੱਚ ਆ ਕੇ ਸਾਫ ਸਫਾਈ ਦੀ ਸੇਵਾ ਕਰਦੀ ਹੈ। ਜਦੋਂ ਉਹਨੇ ਇਹ ਗੱਲਾਂ ਸੁਣੀਆਂ ਉਹਦੇ ਮਨ ਨੂੰ ਦੁੱਖ ਤੇ ਬੜਾ ਹੋਇਆ ਵੀ ਮੇਰੇ ਮਾਲਕ ਨੂੰ, ਜਿਨ੍ਹਾਂ ਦੇ ਘਰ ਵਿੱਚ ਮੈਂ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹਾਂ, ਉਹਨਾਂ ਨੂੰ ਐਸੇ ਬਚਨ ਕਹਿ ਦੁੱਖ ਬੜਾ ਹੋਇਆ। ਉਸ ਦਾਸੀ ਨੇ ਆ ਕੇ ਫਿਰ ਮਾਤਾ ਗੰਗਾ ਜੀਆਂ ਨੂੰ ਦੱਸਿਆ, ਮਾਤਾ ਗੰਗਾ ਜੀ ਤੁਹਾਡਾ ਸੁਭਾਅ ਤੇ ਨਿਰਵੈਰ ਹੈ, ਤੁਸੀਂ ਤੇ ਸੁਭਾਅ ਤੋਂ ਕਿਰਪਾਲੂ ਦਿਆਲੂ ਹੋ, ਪਰ ਤੁਹਾਡਾ ਸ਼ਰੀਕਾ ਕੁਝ ਇਹੋ ਜਿਹਾ ਬਚਨ ਕਰਦਾ ਪਿਆ ਵੀ ਤੁਹਾਡੇ ਘਰ ਵਿੱਚ ਪੁੱਤਰ ਹੋਣਾ ਹੀ ਨਹੀਂ ਹੈ ਤੇ ਇਹ ਵਸਤੂਆਂ ਸਾਰੀਆਂ ਸ਼ਰੀਕੇ ਨੇ ਸਾਂਭਣੀਆਂ ਨੇ। ਇਹ ਮੈਂ ਆਪਣੀ ਸਹੇਲੀ ਕੋਲੋਂ ਸੁਣ ਕੇ ਆਈ ਹਾਂ, ਜੋ ਤੁਹਾਡੇ ਸ਼ਰੀਕਾਂ ਦੇ ਘਰ ਦੇ ਵਿੱਚ ਦਾਸੀ ਨੌਕਰਾਣੀ ਲੱਗੀ ਹੋਈ ਹੈ। ਜਦੋਂ ਇਹ ਗੱਲ ਮਾਤਾ ਗੰਗਾ ਜੀਆਂ ਨੇ ਸੁਣੀ ਹੈ
मन दे विच बड़ा ही दुख होया कि ये साडे जिहड़े रिश्तेदार ने शरीक ने ये की साडे मरन दा ही इंतजार करते पे भी असीं मर जाइए तो सारा कुछ इन्हां नूं मिल जावे। इहदा मतलब भाव तो यही होया ना भी साडे मरन दा ही इंतजार करते पे। ये साडा कितना बुरा सोचते ने। ये गल मन विच आ गई तो बड़ा ही गुस्सा भी आया और बड़ा वैराग आया माता गंगा जियां दे मन दे विच भी ये किस तरह का शरीका है, किस तरह के लोग ने। इधरों शाम पई है, गुरु अर्जन देव पातशाह महाराज की दीवान की समाप्ति हुई, अपने घर दे विच आए। माता गंगा जियां ने भोजन प्रशादा तैयार करके गुरु अर्जन देव महाराज जियां नूं छकाया अते चेहरे ते उदासी है, उदास ने, मन विच भी उदास ने। गुरु अर्जन देव पातशाह जी ने पूछया, कहन लगे गंगा जी अज तुहाडा चेहरा उदास है, तुसीं थके हुए महसूस कर रहे हो, की कारण है? उस वेले ये सारा बचन फिर माता गंगा जियां ने गुरु अर्जन देव पातशाह नूं दस्सिया। कहन लगे पातशाह जी अपने घर दे विच पुत्र नहीं है ते तुहाडे वड्डे भरा दा परिवार ये गल कह रहा है भी पुत्र अपने घरे होना ही नहीं है अते ये सारा साजो समान शरीका ने सामना है। ये गल मैनू किसी ने दसी है पर यह गल मेरे मन में बड़ी चुभी है, बड़ी इस गल ने मैनू दुख दिता है। जदों दी मैनू ये गल पता लगी है मैं उदों दी उदास, मैं तो भोजन प्रशादा भी नहीं छकिया है। गुरु अर्जन देव पातशाह महाराज ने बचन सुने, सुन के महाराज चुप कर गए। कहन लगे कोई गल नहीं, परमात्मा का हुक्म ही है, जिवें उन्होंने चंगा लगता उस तरह ही होना है। उस वेले माता गंगा जियां ने फिर बेनती की, महाराज आप जी संगतां नूं इन्नियां दातां दे नाल नवाजदे हो, किसी नूं पुत्र की दात दिंदे हो, किसी नूं तंदुरुस्ती की दात दिंदे हो, किसी नूं धन पदार्थ की महाराज दात दिंदे हो, किसी नूं दुध लवेरे की दात दिंदे हो। पातशाह जी कृपा करो ये घर दे विच भी फिर दात जिहड़ी है पुत्र की बख्शिश करो। गुरु अर्जन देव महाराज जियां ने सुने बचन माता गंगा साहब जियां दे। महाराज कहन लगे नहीं, ये जड़ियां दातां ने साडे कोल, ये गंगा जी संगत की अमानत ने, ये संगत की वस्तु साडे कोल है। ये जिहड़े असीं वर दिंदे आ संगत नूं ही देण वास्ते असीं अपने कोल रखे होए, पर गुरु नानक महाराज दे घर की दात नूं असीं अपने घर वास्ते नहीं वरत सकते। सो ये अपने निजी कामां वास्ते दाता नहीं, ये संगत की सेवा वास्ते महाराज ने सानू ये ड्यूटी लाई है, साडी सेवा लाई है। असीं गुरु बन के एहसान नहीं किया, असीं गुरु बन के संगत की सेवा करन दा समा सानू मिलिया, इस करके असीं सेवा कर रहे। इन्हां दातां नूं घरे नहीं वरतिया जा सकता। जदों ये बचन गुरु अर्जन देव पातशाह ने आखे, माता गंगा जियां दे नेत्रां विच गुरमुखो उस वेले जल भर आया, वैराग आ गया। बड़ी वड्डी आस सी मन विच भी गुरु अर्जन देव पातशाह बख्शिश करनगे ते पुत्र प्राप्त हो जाएगा, पर इन्हां ने भी ये गल कह दित्ती है भी ये दातां घरे नहीं वरतियां जा सकदियां। सो उस वेले मन टुट गया, उदास हो गया, नेत्रां में जल भर आया, वैराग दे विच आके उस वेले आख्या की गल महाराज जे आप जी घर विच दात नहीं दे सकते तो यदा मतलब ये होया भी सानू पुत्र की दात फिर मिलनी ही नहीं है। यदा भाव ये होया भी जो शरीका कह रहा है वो फिर गल्लां सच्चियां ही ने, साडे घरे पुत्र होना नहीं अते वस्तुआं सारियां शरीक ने सामणियां ने। ये गल फिर सच्ची है। ये गल कह के माता जी ने बड़ा वैराग किया। उस वेले गुरु अर्जन देव पातशाह महाराज फिर कहन लगे गंगा जी जे दात चाहते हो तो फिर गुरु घर के सिख महान गुरसिख बाबा बुढ़ा साहब जी जिन्हों ने गुरु नानक देव पातशाह के दर्शन किए, जिन्हों ने गुरु अंगद साहब, गुरु अमरदास, गुरु रामदास पातशाह के हुक्म दे विच रह के सारियां सेवावां कीतियां, वो ब्रह्म ज्ञानी महापुरख ने। गुरु नानक देव पातशाह के बचन भी ने, बाबा बुढ़ा साहब जी तुहाडियां अखां तो कदे ओले नहीं होवांगे, एडी वड्डी वो दात लैन वाले सिख, गुरु घर की सेवा करने वाले, उन्हां दी सेवा करो। सिखां दी सेवा विचों सब कुछ प्राप्त हो जाता। आपां बचन पढ़ते हाँ, नीचा है ऊंच करै मेरा गोबिंद, ये है वडियाई देनी महाराज जी की। महाराज आप भी बख्शिश करके बचन दे सकते सन, पर अपने सिख नूं महाराज वडियाई भी देनी चाहते ना कि आने वाले समय में सिखां की वडियाई होवे। ते अज वो वडियाई भली भांत गुरु क्या सिखां नूं मिली हुई है। संगत अज भी सिखां कोल आके प्रशादा छका के जां वस्त्रां की सेवा करके जां माया की सेवा करके अज भी संगतां अरदास करवाउंदियां, अरदासां पूरियां हुंदियां। उहदा कारण यह है भी ये पूरने गुरु अर्जन देव पातशाह ने आप ही पाए,
अपने सिखां नूं वडियाई देण वास्ते। महाराज जी ने आख्या, कहन लगे कि बाबा बुढ़ा साहब जी जे बख्शिश बचन कर देन तो फिर ये दात जिहड़ी है वो प्राप्त हो सकती है। तुसीं प्रशादे पानी की सेवा करके ते दात नूं प्राप्त करो। माता गंगा जी उस वेले सुन के बचन मन में प्रसन्नता आई। एक राह दसिया भी हाँ जे इस राह ते चलांगे तो मंजिल वाल पहुँच जावांगे। एक आस की किरण नज़र आई, जे ये कारज करांगे तो ये दात मिल सकती है। उस वेले बाबा बुढ़ा साहब की सेवा में जदों पहुँचे अते माता जी रथ के उपर चढ़ के नाल कुछ सिख लै लै, कुछ बीबियां दासियां नाल लै लियां, काफ़ी लोगों को इकट्ठे करके माता गंगा जी अमृतसर तो चल के बीड़ बाबा बुढ़ा साहब के स्थान पर पहुँचे। कहन लगे जो रथ चलते हैं ना, रथां दे पहियां दे विचों चीकू चीकू की आवाज़ आउंदी है, गरगर की आवाज़ आउंदी है, बड़ा भयानक शब्द निकलदा उस वेले, जिस तरह मान लो कि बदलों के विचों गर्जन की आवाज़ सुनाई दिंदी होवे। इस तरह घोड़ियां दीयां टापां दे नाल खड़का हो रहा है, सिखां दे बोलां दे नाल बड़ा शोर शराबा हो रहा है। ऐसा शोर शराबा सुन के जिहड़े रुखां ते पंछी बैठे सन सारे उड़ पए। उस वेले जंगल के जानवर इधर उधर नूं भजन लग पे भी इधरों खटाक इन्ना क्यों आ रहा है, इधरों शोर इन्ना क्यों आ रहा है। जानवरां नूं भजदियां वेख के, पंछियां नूं उड़दियां वेख के, इस खलकत विच आया होया ऐसा भुचाल देख के बाबा बुढ़ा साहब जी ने अपने दास नूं पुछया, कहन लगे की गल, ये पंछी क्यों इन्ने घबराए हुए, क्यों डरे हुए ने, ये जानवर क्यों इन्ने डरे हुए इधर उधर भजे फिरदे, ये की धरती ते भुचाल आ रहा है, ये कौन इन्ना शोर शराबा करदा पिया है। उस वेले दास ने उच्चे रुख ते चढ़ के वेखिया कि माता गंगा जी रथ के उपर चढ़े हुए आउंदे पे। दास ने दसिया, कहन लगे बाबा बुढ़ा साहब जी माता गंगा जी आउंदे पे ने। तो बाबा बुढ़ा साहब जियां दे मुखों ये सुभाविक बचन निकल गया। कहन लगे गुरु के नूं अज किधर भाजड़ पई हुई है, जो इन्ना शोर शराबा करते आ रहा है, इन्ने पंछी बेचारे घबराए हुए, इन्ने जानवर जिन्होंने डराया होया है, ये गुरु के नूं किधर भाजड़ पई हुई है। इन्ना बचन मुखों निकलिया। उन्हें चिर नूं माता गंगा जी कोल ही आ गए बाबा बुढ़ा साहब जियां दे, आके बेनती की, बाबा जी तुहाडे कोलों पुत्र वर की प्राप्ति का वर लैण वास्ते आए हैं। तो बाबा बुढ़ा साहब जी कहन लगे, माता जी मैं कौन हुंदा ये पुत्रां की दात देण वाला, मैं तो एक घाई सिख हाँ, मेरा काम है घाह वढना तो पशुओं नूं पाउणा, कदे घाह वढण वाले भी पुत्र नहीं दे सकते। मैं तो एक नौकर, एक दास, एक गोला, एक सेवक हाँ, मेरे कोल ताकत कित्थे है कि मैं पुत्र दे देवां। मैं तो एक जट बरादरी का सिख हाँ, तो बड़ी मेरे महाराज ने ड्यूटी लाई है भी पशुओं नूं घाह पाउणा ते फसल की खेती नूं सांभ के रखना। माता जी मेरे विच इन्नी समर्था नहीं कि घाह वढण वाला सिख पुत्र दे देवे, जे दात लैनी है तो गुरु अर्जन साहब ही दे सकते, वो समर्थ ने, वो मालक ने, मैं तो एक निक्का जिहा दास हाँ। ये बचन कह के उस वेले बाबा बुढ़ा साहब जी ने मत्था टेक के नमस्कार की। माता गंगा जी वापस आ गए। गुरु अर्जन देव महाराज जी ने आके दसिया, असी तो वर लैन गए पर उन्होंने तो यह गल कह दी है भी गुरु क्या भाजड़ पै गई है। सतगुरु कहन लगे, गंगा जी बचन तो पूरे होणगे साडे सिख दे, वो कला घाह ही नहीं वढण वाला सिख, वो मन के विकारां रूपी घाह नूं भी वढण वाला है, विकारां की फसल भी वो सिख कट सकता है। ऐसी उहदे ते महान किरपा गुरु नानक पातशाह का सिख है। जे उन्होंने ये बचन किए भी गुरु क्या भाजड़ पई है, ये बचन तो उन्हों का पूरा होवेगा। फिर पूछया महाराज किवें करिए जो उन्होंने प्रसन्न करके वर लै लईए। उस वेले गुरु अर्जन देव पातशाह महाराज जियां ने गुरमुखों फिर सारी विधि जिहड़ी मर्यादा है ना वो समझाई कि साधु महापुरुख नूं किवें प्रशादा छकाईदा, किवें खुशियां प्राप्त करी दियां। अज साडे विच बहुत वड्डी एक घाट आ गई है। घाट यह है भी मर्यादा तो असीं परे हो गए, मर्यादा नूं असीं पखंड का नाम दे दिता। लो जी ये तो पखंड करता पिया, ये तो फलाना कर्म करता पिया। गुरु की मर्यादा अज सानू पखंड लगती पई है, भरम लगती पई है, ऐसी साडी माड़ी सोच बन चुकी है। गुरु अर्जन देव पातशाह महाराज जियां ने मर्यादा दसी है, साधु की सेवा किवें करी दी है। माता गंगा जी अगले दिन अमृत वेले उठ के अपना सन केसी इशनान करके सुचे वस्त्र गल दे विच पा के अपने हत्थां नाल चक्की पी के कुछ कणक दा जौआं दा
ਇਸੇ ਤਰ੍ਹਾਂ ਚਣਿਆਂ ਦਾ ਆਟਾ ਮਿਲਾ ਕੇ ਤੇ ਫਿਰ ਪ੍ਰਸ਼ਾਦਾ ਤਿਆਰ ਕੀਤਾ ਆਪਣੇ ਹੱਥਾਂ ਦੇ ਨਾਲ। ਸਤਿਗੁਰਾਂ ਨੇ ਦੱਸਿਆ ਪ੍ਰਸ਼ਾਦਾ ਥੋੜਾ ਮੋਟਾ ਰੱਖਣਾ ਹੈ ਅਤੇ ਉਸ ਨੂੰ ਇਸ ਤਰੀਕੇ ਦੇ ਨਾਲ ਆਟਾ ਪੀਣਾ ਹੈ। ਇਸ ਤਰ੍ਹਾਂ ਉਹਦੇ ਵਿੱਚ ਪਿਆਜ਼ ਚੀਰ ਕੇ ਪਾਉਣੇ ਨੇ, ਇਸੇ ਤਰ੍ਹਾਂ ਉਹਦੇ ਉੱਪਰ ਮੱਖਣ ਰੱਖਣਾ ਹੈ, ਇਸੇ ਤਰ੍ਹਾਂ ਖੱਟੀ ਤੇ ਮਿੱਠੀ ਸੋਹਣੀ ਲੱਸੀ ਬਣਾਉਣੀ ਹੈ ਅਤੇ ਫਿਰ ਨਾਲ ਮੱਖਣ ਦਾ ਡੋਣਾ ਕਟੋਰਾ ਲੈਣਾ ਹੈ। ਇਹ ਸਾਰੇ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਮਝਾਏ। ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਜਿਵੇਂ ਮਹਾਰਾਜ ਨੇ ਦੱਸਿਆ ਉਸੇ ਤਰ੍ਹਾਂ ਹੀ ਗੁਰਮੁਖੋਂ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਅਤੇ ਇੱਕ ਸੇਵਕ ਨੂੰ ਨਾਲ ਲੈ ਕੇ, ਇੱਕ ਦਾਸੀ, ਇੱਕ ਬੀਬੀ ਨੂੰ ਨਾਲ ਲਿਆ, ਹੋਰ ਨਹੀਂ ਕਿਸੇ ਨੂੰ ਨਾਲ ਲਿਆ ਤੇ ਗੁਰਮੁਖੋਂ ਅੰਮ੍ਰਿਤਸਰ ਤੋਂ ਚੱਲ ਕੇ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਬੜੀ ਦੂਰ ਹੈ। ਮਾਤਾ ਜੀ ਆਪ ਉਹ ਪ੍ਰਸ਼ਾਦਿਆਂ ਦੀ ਟੋਕਰੀ ਜਿਹੜੀ ਹੈ ਨਾ ਉਹ ਆਪਣੇ ਸਿਰ ਤੇ ਚੁੱਕ ਕੇ ਤੇ ਨੰਗੇ ਪੈਰੀਂ ਚੱਲੇ। ਅੱਜ ਜੁੱਤੀ ਵੀ ਨਹੀਂ ਪਾਈ। ਪਹਿਲਾਂ ਕੋਈ ਦਿਨ ਗਏ ਸਨ ਤੇ ਰਥ ਤੇ ਚੜ੍ਹ ਕੇ, ਅੱਜ ਚੱਲੇ ਨੇ ਤੇ ਬੜੇ ਸੋ ਨਿਮਰਤਾ ਦੇ ਵਿੱਚ ਆ ਕੇ ਸਾਦੇ ਬਸਤਰ ਪਾ ਕੇ ਨੰਗੇ ਪੈਰੀ ਅੰਮ੍ਰਿਤਸਰ ਤੋਂ ਚੱਲ ਪਏ ਅਤੇ ਚਲਦਿਆਂ ਚਲਦਿਆਂ ਦੁਪਹਿਰ ਤੋਂ ਉਪਰੰਤ ਬੀੜ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੇ ਪਹੁੰਚੇ। ਇੱਧਰ ਬਾਬਾ ਬੁੱਢਾ ਸਾਹਿਬ ਜੀ ਖੇਤਾਂ ਦੀ ਰਾਖੀ ਕਰਦਿਆਂ ਕਰਦਿਆਂ ਬੜੀ ਡਾਢੀ ਭੁੱਖ ਲੱਗੀ ਹੋਈ ਹੈ। ਇੰਨੇ ਚਿਰ ਨੂੰ ਮਾਤਾ ਜੀ ਪਹੁੰਚ ਗਏ। ਸਿਰ ਦੇ ਉੱਪਰ ਉਹ ਟੋਕਰਾ ਪ੍ਰਸ਼ਾਦਿਆਂ ਦਾ ਭੋਜਨ ਦਾ ਰੱਖਿਆ ਹੋਇਆ। ਥਕਾਵਟ ਦੇ ਨਾਲ ਮਾਤਾ ਜੀਆਂ ਦਾ ਚਿਹਰਾ ਕੁਮਲਾਇਆ ਹੋਇਆ। ਕਦੇ ਇੰਨਾ ਪਹਿਲਾਂ ਤੁਰੇ ਨਹੀਂ ਸਨ ਜਾਂ ਇੰਨਾ ਕਦੇ ਮੁਸ਼ੱਕਤ ਵਾਲਾ ਕੰਮ ਨਹੀਂ ਕੀਤਾ। ਬਾਬਾ ਬੁੱਢਾ ਸਾਹਿਬ ਜੀ ਆਪ ਅੱਗੇ ਵਧੇ। ਅੱਗੇ ਵਧ ਕੇ ਮਾਤਾ ਗੰਗਾ ਜੀਆਂ ਦੇ ਸਿਰ ਤੋਂ ਪ੍ਰਸ਼ਾਦਿਆਂ ਦਾ ਛਾਬਾ ਟੋਕਰਾ ਜਿਹੜਾ ਉਹ ਆਪ ਲੁਹਾ ਕੇ ਥੱਲੇ ਰੱਖਿਆ ਅਤੇ ਮਾਤਾ ਗੰਗਾ ਜੀਆਂ ਦੇ ਚਰਨਾਂ ਤੇ ਉਸ ਵੇਲੇ ਨਮਸਕਾਰ ਵੀ ਕੀਤੀ ਹੈ। ਸੋ ਗੁਰੂ ਸੁਪਤਨੀ ਜਾਣ ਕੇ, ਮਾਤਾ ਜਾਣ ਕੇ ਮੱਥਾ ਟੇਕਿਆ ਅਤੇ ਫਿਰ ਉਸ ਵੇਲੇ ਨਾਲ ਹੀ ਇਹ ਬਚਨ ਆਖੇ। ਕਹਿਣ ਲੱਗੇ ਮਾਤਾ ਜੀ ਪੁੱਤਰ ਨੂੰ ਭੁੱਖ ਲੱਗੀ ਹੋਵੇ ਇਹ ਗੱਲ ਨੂੰ ਕੇਵਲ ਮਾਂ ਹੀ ਜਾਣ ਸਕਦੀ ਹੈ। ਅੱਜ ਸਾਨੂੰ ਡਾਢੀ ਭੁੱਖ ਲੱਗੀ ਹੈ, ਇਸ ਗੱਲ ਨੂੰ ਕੇਵਲ ਤੁਸੀਂ ਸਮਝਿਆ ਹੈ ਜੋ ਆਪ ਜੀ ਸਾਡੇ ਵਾਸਤੇ ਇੰਨੀ ਮੁਸ਼ੱਕਤ ਕਰਕੇ ਆਏ ਹੋ। ਸਤਿਗੁਰੂ ਇਹ ਮਹਾਰਾਜ ਕਿਰਪਾ ਕਰਨ ਵਾਲੇ ਨੇ। ਬਾਬਾ ਬੁੱਢਾ ਸਾਹਿਬ ਜੀ ਬੈਠ ਗਏ, ਭੋਜਨ ਛਕਣ ਲੱਗ ਪਏ। ਨਾਲੇ ਭੋਜਨ ਛਕਦੇ ਨਾਲੇ ਆਖਦੇ ਬੜਾ ਸਵਾਦ ਬਣਿਆ, ਇਹ ਪ੍ਰਸ਼ਾਦੇ ਬੜੇ ਸਵਾਦ ਨੇ, ਇਹ ਮੱਖਣ ਬੜਾ ਸਵਾਦ ਹੈ, ਇਹ ਲੱਸੀ ਜਿਹੜੀ ਹੈ ਬੜੀ ਸਵਾਦ ਹੈ, ਇਹ ਦਹੀਂ ਬੜਾ ਸਵਾਦ ਹੈ। ਇਸ ਤਰ੍ਹਾਂ ਖੁਸ਼ੀ ਵਾਲੇ ਬਚਨ ਕਰਦੇ ਤੇ ਨਾਲੇ ਛਕਦੇ ਪਏ। ਜਦੋਂ ਮਾਤਾ ਗੰਗਾ ਜੀ ਨੇ ਵੇਖਿਆ ਵੀ ਅੱਜ ਬੜੇ ਪ੍ਰਸੰਨ ਨੇ, ਉਸ ਵੇਲੇ ਆਖਿਆ ਬਾਬਾ ਜੀ ਅਸੀਂ ਪੁੱਤਰ ਦੀ ਦਾਤ ਲੈਣ ਵਾਸਤੇ ਤੁਹਾਡੇ ਕੋਲ ਆਏ ਹਾਂ। ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੁਹਾਡੀ ਸੇਵਾ ਵਿੱਚ ਲਾਇਆ ਹੈ। ਇੰਨੀ ਪ੍ਰਸੰਨਤਾ ਵਿੱਚ ਆਏ ਹੋਏ ਕਹਿਣ ਲੱਗੇ, ਉਸ ਵੇਲੇ ਮੁਖੋਂ ਬਚਨ ਕੀਤਾ। ਕਹਿਣ ਲੱਗੇ ਮਾਤਾ ਜੀ ਪੁੱਤਰ ਤੇ ਇਹੋ ਜਿਹਾ ਪ੍ਰਾਪਤ ਹੋਵੇਗਾ ਜਿਹੜਾ ਕਿ ਇੰਨਾ ਬਲੀ ਹੋਵੇਗਾ ਕਿ ਉਹਦੇ ਵਰਗਾ ਬਲ ਵਾਲਾ ਕੋਈ ਨਹੀਂ ਹੋਵੇਗਾ। ਉਹ ਏਡਾ ਵੱਡਾ ਸੂਰਮਾ ਹੋਵੇਗਾ, ਉਹਦੇ ਵਰਗਾ ਸੂਰਮਾ ਕੋਈ ਨਹੀਂ ਹੋਵੇਗਾ। ਨਾਲ ਹੀ ਪਿਆਜ਼ ਨੂੰ ਕਹਿੰਦੇ ਭੰਨਿਆ ਮੁਕੀ ਮਾਰ ਕੇ, ਗੰਢੇ ਨੂੰ ਭੰਨ ਕੇ ਕਹਿਣ ਲੱਗੇ ਜਿਵੇਂ ਅਸੀਂ ਇਸ ਪਿਆਜ਼ ਨੂੰ ਭੰਨਿਆ ਇਸੇ ਤਰ੍ਹਾਂ ਦੁਸ਼ਮਣਾਂ ਦੇ ਉਹ ਸਿਰ ਭੰਨਿਆ ਕਰੇਗਾ। ਐਸੇ ਬਚਨ ਕੀਤੇ। ਕਹਿਣ ਲੱਗੇ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਬਿਜਲੀ ਚਮਕਦੀ ਪਈ ਹੈ ਇਸੇ ਤਰ੍ਹਾਂ ਉਹਨਾਂ ਦੀ ਤਲਵਾਰ ਜੰਗ ਮੈਦਾਨ ਦੇ ਵਿੱਚ ਚਮਕਿਆ ਕਰੇਗੀ। ਜਿਵੇਂ ਬੱਦਲ ਮਿੱਠੇ ਮਿੱਠੇ ਗੱਜਦੇ ਪਏ ਨੇ ਇਸੇ ਤਰ੍ਹਾਂ ਉਹਨਾਂ ਦੇ ਬਚਨ ਮਾਤਾ ਜੀ ਸੰਗਤ ਵਿੱਚ ਰੂਹਾਨੀਅਤ ਬਖਸ਼ਿਸ਼ ਕਰਿਆ ਕਰਨਗੇ। ਐਸੀ ਵੱਡੀ ਦਾਤ ਉਹਨਾਂ ਨੂੰ ਪ੍ਰਾਪਤ ਹੋਵੇਗੀ। ਇਸ ਤਰ੍ਹਾਂ ਦਾ ਮਹਾਬਲੀ ਪੁੱਤਰ ਆਪ ਜੀ ਦੇ ਘਰ ਵਿੱਚ ਪੈਦਾ ਹੋਵੇਗਾ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਆਖੇ। ਮਾਤਾ ਗੰਗਾ ਜੀਆਂ ਦੀ ਸੇਵਾ ਵੇਖ ਕੇ ਅਤੇ ਉਹ ਬਚਨ ਫਿਰ ਬਾਬਾ ਬੁੱਢਾ ਸਾਹਿਬ ਜੀਆਂ ਦੇ ਜਦੋਂ ਪੂਰੇ ਹੋਏ ਤੇ ਸਤਿਗੁਰਾਂ ਨੇ ਸੋਚਿਆ ਦੋਵੇਂ ਬਚਨ ਹੀ ਪੂਰੇ ਕਰਨੇ ਚਾਹੀਦੇ। ਜਿਹੜਾ ਪਹਿਲਾ ਬਚਨ ਸੀ ਭਾਜੜ ਪਈ ਹੈ ਉਹ ਵੀ ਪੂਰਾ ਕਰੀਏ ਤੇ ਦੂਜਾ ਬਚਨ ਵੀ ਪੂਰਾ ਹੋਣਾ ਹੈ। ਫਿਰ ਮਹਾਰਾਜ ਸਾਹਿਬ ਜੀ ਆਪ ਹੀ ਅੰਮ੍ਰਿਤਸਰ ਨੂੰ ਛੱਡ ਕੇ ਤੇ ਪਾਤਸ਼ਾਹ ਜੀ ਵਡਾਲੀ ਨਗਰ ਵਿੱਚ ਚਲੇ ਗਏ, ਜਿਸ ਨੂੰ ਗੁਰੂ ਕੀ ਵਡਾਲੀ ਆਖਿਆ ਜਾਂਦਾ ਹੈ, ਛਾਟਾ ਸਾਹਿਬ ਕਿਹਾ ਜਾਂਦਾ ਹੈ। ਉੱਥੇ ਮਹਾਰਾਜ ਚਲੇ ਗਏ। ਇੱਥੇ ਇੱਕ ਸਿੱਖ ਦੀ ਹਵੇਲੀ ਵਿੱਚ ਮਹਾਰਾਜ ਜੀ ਰਹੇ। ਇੱਥੇ ਰਹਿੰਦਿਆਂ ਮਹਾਰਾਜ ਜੀਆਂ ਨੇ 6 ਹਲਟਾਂ ਵਾਲਾ ਖੂਹ ਲਵਾਇਆ ਸੰਗਤ ਦੇ ਪਾਣੀ ਪੀਣ ਵਾਸਤੇ ਅਤੇ ਫਿਰ ਇੱਥੇ ਸਾਹਿਬਜ਼ਾਦੇ ਦਾ ਜਨਮ ਹੋਇਆ। ਮਾਤਾ ਗੰਗਾ ਜੀਆਂ ਦੀ ਕੁੱਖ ਨੂੰ ਭਾਗ ਲੱਗਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦਾ ਅਵਤਾਰ ਵਡਾਲੀ ਨਗਰ ਵਿੱਚ ਗੁਰਮੁਖੋਂ ਹੋਇਆ। ਜਦੋਂ ਅਵਤਾਰ ਹੋਇਆ ਮਹਾਰਾਜ ਜੀਆਂ ਦਾ ਸੇਵਕਾਂ ਨੇ ਆ ਕੇ ਦੱਸਿਆ। ਕਹਿਣ ਲੱਗੇ ਮਹਾਰਾਜ ਆਪ ਜੀ ਦੇ ਘਰ ਵਿੱਚ ਇੱਕ ਬੜੇ ਸੋਹਣੇ ਸੁਪੁੱਤਰ ਨੇ ਜਨਮ ਲਿਆ ਹੈ।
ਜਦੋਂ ਇਹ ਬਚਨ ਸੁਣਿਆ ਉਸ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਮਹਾਰਾਜ ਸਾਹਿਬ ਜੀ, ਤੇ ਫਿਰ ਇਹ ਸ਼ਬਦ ਪਾਤਸ਼ਾਹ ਨੇ ਉਸ ਵੇਲੇ ਉਚਾਰਿਆ ਜਿਹਨੂੰ ਆਪਾਂ ਸਰਵਨ ਕਰਨ ਜਾ ਰਹੇ ਹਾਂ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਇਹ ਸ਼ਬਦ ਜਿਹੜਾ ਹੈ ਪ੍ਰਮਾਤਮਾ ਦੇ ਧੰਨਵਾਦ ਦੇ ਰੂਪ ਦੇ ਵਿੱਚ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਪਰਮੇਸ਼ਰ ਦਿੱਤਾ ਬੰਨਾ ਨਾਮ ਗੁਰਮੁਖੋ ਪੁੱਤਰ ਦਾ ਹੈ। ਕਹਿਣ ਲੱਗੇ ਭਾਈ ਇਹ ਜਿਹੜਾ ਸਾਨੂੰ ਬੰਨਾ ਪੁੱਤਰ ਪ੍ਰਾਪਤ ਹੋਇਆ ਪਰਮੇਸ਼ਰ ਨੇ ਦਿੱਤਾ ਹੈ। ਪਰਮੇਸ਼ਰ ਦਿੱਤਾ ਬੰਨਾ ਕਹੀਏ ਪੁੱਤਰ, ਇਹ ਪੁੱਤਰ ਪ੍ਰਾਪਤ ਹੋਇਆ ਹੈ, ਇਹ ਸਾਨੂੰ ਪਰਮੇਸ਼ਰ ਨੇ ਦਿੱਤਾ ਹੈ। ਧੰਨਵਾਦ ਪਰਮਾਤਮਾ ਤੇਰਾ ਜਿਸ ਦਾ ਦਿੱਤਾ ਖਾਵਨਾ ਤਿਸ ਕਹੀਏ ਸ਼ਾਬਾਸ਼। ਅਸੀਂ ਉਹਨੂੰ ਸ਼ਾਬਾਸ਼ ਕਹਿੰਦੇ ਆ, ਉਹਨੂੰ ਧੰਨਵਾਦ ਕਹਿੰਦੇ ਆ, ਉਹਦਾ ਸ਼ੁਕਰਾਨਾ ਕਰਦੇ ਜਿਸ ਨੇ ਸਾਨੂੰ ਇਹ ਪੁੱਤਰ ਦੀ ਦਾਤ ਦੇ ਨਾਲ ਨਿਵਾਜਿਆ। ਇਹ ਪੁੱਤਰ ਸਾਨੂੰ ਪਰਮਾਤਮਾ ਨੇ ਦਿੱਤਾ ਹੈ, ਐਸਾ ਇਹ ਬਚਨ ਮੁਖੋਂ ਆਖਦੇ ਹਨ। ਦੁੱਖ ਰੋਗਾ ਡੇਰਾ ਭੰਨਾ। ਸਤਿਗੁਰੂ ਕਹਿਣ ਲੱਗੇ ਇਹ ਜਿਹੜਾ ਦੁੱਖਾਂ ਦਾ ਤੇ ਰੋਗਾਂ ਦਾ ਡੇਰਾ ਬਣਿਆ ਹੋਇਆ, ਸ਼ਰੀਕਾ ਹਰ ਵੇਲੇ ਤਾਨੇ ਦਿੰਦਾ, ਮਿਹਣੇ ਦਿੰਦਾ, ਇਹ ਤੇ ਬਾਂਝ ਨੇ ਮਾਤਾ ਗੰਗਾ ਜੀ, ਇਹਨਾਂ ਨੂੰ ਪੁੱਤਰ ਹੋਣਾ ਹੀ ਨਹੀਂ। ਉਹ ਸ਼ਰੀਕੇ ਦੇ ਬਚਨ ਸੁਣ ਸੁਣ ਕੇ ਜਿਹੜਾ ਦੁੱਖ ਹੁੰਦਾ ਸੀ ਨਾ ਸਾਨੂੰ, ਕਹਿਣ ਲੱਗੇ ਉਹ ਦੁੱਖ ਦਾ ਡੇਰਾ ਹੀ ਟੁੱਟ ਗਿਆ। ਹੁਣ ਕੋਈ ਇਹ ਨਹੀਂ ਗੱਲ ਕਹਿ ਸਕਦਾ ਵੀ ਇਹਨਾਂ ਨੂੰ ਪੁੱਤਰ ਹੋ ਹੀ ਨਹੀਂ ਸਕਦਾ ਹੈ। ਇਹ ਜਿਹੜਾ ਸ਼ਰੀਕਾ ਦੁੱਖ ਦਿੰਦਾ ਸੀ ਐਸੀਆਂ ਗੱਲਾਂ ਕਹਿ ਕੇ ਉਹ ਦੁੱਖਾਂ ਦਾ ਡੇਰਾ ਟੁੱਟ ਗਿਆ। ਦੂਜਾ ਬਚਨ ਮਹਾਰਾਜ ਨੇ ਆਖਿਆ ਰੋਗ ਕਾ ਡੇਰਾ ਭੰਨਾ। ਦੁਨੀਆ ਆਖਦੀ ਆ ਦਵਾਈ ਖਾ ਲਵੋ, ਆ ਇਲਾਜ ਕਰਵਾ ਲਵੋ, ਫਲਾਣੇ ਕੋਲ ਜਾ ਕੇ ਧਾਗਾ ਤਵੀਤ ਬਣਾ ਲਵੋ, ਤੁਹਾਨੂੰ ਕੋਈ ਰੋਗ ਹੋਵੇਗਾ ਤਾਂ ਨਹੀਂ ਤੁਹਾਡੇ ਪੁੱਤਰ ਹੁੰਦਾ ਪਿਆ। ਮਹਾਰਾਜ ਕਹਿਣ ਲੱਗੇ ਅੱਜ ਪੁੱਤਰ ਹੋਣ ਕਰਕੇ ਦੁਨੀਆ ਦੀ ਜ਼ੁਬਾਨ ਬੰਦ ਹੋ ਗਈ ਹੈ। ਅੱਜ ਰੋਗਾਂ ਦਾ ਵੀ ਡੇਰਾ ਟੁੱਟ ਗਿਆ, ਰੋਗ ਵੀ ਅੱਜ ਖਤਮ ਹੋ ਗਏ, ਨਾ ਕੋਈ ਦੁੱਖ ਰਹਿ ਗਿਆ ਨਾ ਕੋਈ ਰੋਗ ਰਹਿ ਗਿਆ। ਦੁੱਖ ਰੋਗ ਕਾ ਡੇਰਾ ਭੰਨਾ। ਇਹ ਦੁੱਖ ਤੇ ਰੋਗ ਜਿਹੜੇ ਡੇਰਾ ਲਾ ਕੇ ਬੈਠੇ ਸਨ ਸਾਡੇ ਘਰ ਦੇ ਵਿੱਚ, ਇਹ ਦੁੱਖ ਤੇ ਰੋਗ ਜਿਹੜੇ ਘਰ ਬਣਾ ਕੇ ਬੈਠੇ ਸਨ, ਅੱਜ ਉਹਨਾਂ ਸਾਰਿਆਂ ਦਾ ਘਰ ਟੁੱਟ ਗਿਆ, ਸਾਰੇ ਉਹ ਦੁੱਖ ਤੇ ਰੋਗ ਦੌੜ ਗਏ ਹਨ। ਆਨੰਦ ਕਰੇ ਨਰ ਨਾਰੀ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅਵਤਾਰ ਹੋਣ ਕਰਕੇ ਨਰ ਜਿਹੜੇ ਮਨੁੱਖ ਨੇ, ਸਿੱਖ ਨੇ, ਉਹ ਬੜੇ ਖੁਸ਼ ਹੋਏ ਵੀ ਸਾਡੇ ਗੁਰੂ ਦੇ ਘਰ ਵਿੱਚ ਪੁੱਤਰ ਪ੍ਰਾਪਤ ਹੋਇਆ। ਨਾਰੀ ਜਿਹੜੀਆਂ ਇਸਤਰੀਆਂ ਨੇ ਉਹ ਵੀ, ਬੀਬੀਆਂ ਵੀ ਬੜੀਆਂ ਖੁਸ਼ ਹੋਈਆਂ, ਪ੍ਰਸੰਨ ਹੋਈਆਂ ਕਿ ਗੁਰੂ ਪਾਤਸ਼ਾਹ ਦੇ ਘਰ ਵਿੱਚ ਪੁੱਤਰ ਹੋਇਆ। ਸਿੱਖ ਸੰਗਤਾਂ, ਬੀਬੀਆਂ ਤੇ ਸਿੱਖ ਬੜੇ ਪ੍ਰਸੰਨ ਹਨ। ਹਰ ਹਰ ਪ੍ਰਭ ਕਿਰਪਾ ਧਾਰੀ। ਇਹ ਸਾਡੇ ਤੇ ਹਰੀ ਹਰ ਪ੍ਰਮਾਤਮਾ ਨੇ ਬੜੀ ਵੱਡੀ ਕਿਰਪਾ ਕੀਤੀ ਹੈ, ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਜੋ ਇਹ ਸਾਨੂੰ ਦਾਤਾਂ ਪ੍ਰਾਪਤ ਹੋਈਆਂ। ਫਿਰ ਇਸੇ ਤਰ੍ਹਾਂ ਇਸੇ ਸ਼ਬਦ ਨੂੰ ਮਹਾਰਾਜ ਬਖਸ਼ਿਸ਼ ਕਰਦੇ ਹਨ। ਪਰਮੇਸ਼ਰ ਦਿੱਤਾ ਬੰਨਾ। ਕਹਿਣ ਲੱਗੇ ਪਰਮੇਸ਼ਰ ਨੇ ਗਿਆਨ ਰੂਪੀ ਬੰਨਾ ਕਹੀਏ ਪੁੱਤਰ ਦਿੱਤਾ ਹੈ। ਦੂਜਾ ਅਰਥ ਜਿਹੜਾ ਹੈ ਉਹ ਬੰਨਾ ਤੋਂ ਲੈ ਲੈਣਾ ਗਿਆਨ। ਪਰਮੇਸ਼ਰ ਨੇ ਗਿਆਨ ਰੂਪੀ ਪੁੱਤਰ ਦਿੱਤਾ ਹੈ ਕਿਉਂਕਿ ਜਿਹੜੇ ਕੰਮ ਪਿਤਾ ਦੇ ਰਹਿ ਜਾਣ ਉਹ ਪੁੱਤਰ ਕਰਦਾ ਹੈ, ਅਤੇ ਇਸੇ ਤਰ੍ਹਾਂ ਇਸ ਜੀਵ ਦੇ ਕੰਮਾਂ ਨੂੰ ਕੌਣ ਕਰਦਾ? ਗਿਆਨ। ਗਿਆਨ ਦੇ ਨਾਲ ਹਾਥੀ ਨੂੰ ਵੀ ਮਨੁੱਖ ਜਿਹੜਾ ਆਪਣੇ ਵਸ ਵਿੱਚ ਕਰ ਲੈਂਦਾ। ਗਿਆਨ ਦੇ ਨਾਲ, ਸੋਝੀ ਦੇ ਨਾਲ ਮਨੁੱਖ ਜਿਹੜਾ ਹੈ ਸ਼ੇਰ ਨੂੰ ਪਿੰਜਰੇ ਵਿੱਚ ਪਾ ਲੈਂਦਾ। ਇਹ ਗਿਆਨ ਕਹੀਏ ਪੁੱਤਰ ਹੀ ਹੈ ਭਾਈ। ਕਹਿੰਦੇ ਇਹ ਗਿਆਨ ਰੂਪੀ ਪੁੱਤਰ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ। ਦੁੱਖ ਰੋਗ ਕਾ ਡੇਰਾ ਭੰਨਾ। ਉਹਨਾਂ ਦੇ ਦੁੱਖ ਤੇ ਰੋਗ ਜਿਹੜੇ ਨੇ ਉਹ ਭੰਨਾ ਕਹੀਏ ਭੱਜ ਗਏ, ਦੂਰ ਹੋ ਗਏ। ਜਿਨ੍ਹਾਂ ਨੂੰ ਇਹ ਗਿਆਨ ਦਾ ਪੁੱਤਰ ਮਿਲਿਆ, ਜਿਨ੍ਹਾਂ ਨੂੰ ਗਿਆਨ ਹੋ ਗਿਆ, ਉਹ ਕਹਿਣ ਲੱਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਵਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਐਸਾ ਉਹਨਾਂ ਨੇ ਸੋਚ ਕੇ ਦੁੱਖ ਨੂੰ ਪਰੇ ਹੀ ਕਰ ਦਿੱਤਾ। ਜਿਨ੍ਹਾਂ ਨੂੰ ਇਹ ਗਿਆਨ ਦਾ ਪੁੱਤਰ ਮਿਲਿਆ ਉਹਨਾਂ ਦਾ ਰੋਗ ਵੀ ਕੁਝ ਨਹੀਂ ਵਿਗਾੜ ਸਕਿਆ, ਕਿਉਂਕਿ ਉਹਨਾਂ ਨੇ ਬਚਨ ਆਖਿਆ ਸਤਿਗੁਰੂ ਆਇਓ ਸਰਨ ਤੁਹਾਰੀ। ਐਸਾ ਬਚਨ ਕਰਕੇ ਉਹ ਗੁਰੂ ਕੇ ਸਿੱਖ ਜਿਹੜੇ ਨੇ ਉਹ ਇਸ ਦੁੱਖ ਤੇ ਰੋਗ ਨੂੰ ਪਰੇ ਕਰ ਦਿੰਦੇ। ਇੱਥੇ ਬੰਨਾ ਅਰਥ ਦੂਜਾ ਜਿਹੜਾ ਹੈ ਉਹ ਵਿਦਵਾਨ ਜਨ ਕਰਦੇ ਗਿਆਨ, ਵੀ ਗਿਆਨ ਰੂਪੀ ਪੁੱਤਰ ਬਖਸ਼ਿਸ਼ ਕੀਤਾ ਹੈ। ਫਿਰ ਮਹਾਰਾਜ ਫਰਮਾਉਂਦੇ ਹਨ ਪਰਮੇਸ਼ਰ ਦਿੱਤਾ ਬੰਨਾ। ਉਹ ਤੀਜਾ ਅਰਥ ਵਿਦਵਾਨ ਇਹ ਵੀ ਕਰ ਲੈਂਦੇ, ਬੰਨਾ ਨਾਫ ਬੰਨ੍ਹਦਾ ਹੈ। ਜਦੋਂ ਪਾਣੀ ਬਹੁਤਾ ਆ ਜਾਵੇ ਨਾ ਕਿਸੇ ਬੰਨਿਓ, ਉਹਦੇ ਅੱਗੇ ਬੰਨ੍ਹ ਲਾਇਆ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਇਹ ਵਿਕਾਰਾਂ ਦਾ ਹੜ੍ਹ ਆਇਆ ਹੋਇਆ। ਇਹ ਵਿਕਾਰਾਂ ਦੇ ਹੜ੍ਹ ਵਿੱਚ ਦੁਨੀਆ ਰੁੜਦੀ ਪਈ ਹੈ, ਕੋਈ ਕਾਮ ਵਿੱਚ, ਕੋਈ ਕ੍ਰੋਧ ਵਿੱਚ, ਕੋਈ ਲੋਭ ਮੋਹ ਹੰਕਾਰ ਵਿੱਚ। ਪਰ ਪਰਮਾਤਮਾ ਨੇ ਇਹਨਾਂ ਵਿਕਾਰਾਂ ਨੂੰ ਬੰਨ੍ਹ ਲਾ ਕੇ ਰੋਕ ਦਿੱਤਾ, ਸਾਡੇ ਤੱਕ ਨਹੀਂ ਆਉਣ ਦਿੱਤਾ। ਸਾਨੂੰ ਇਹਨਾਂ ਵਿਕਾਰਾਂ ਤੋਂ ਪਰਮਾਤਮਾ ਨੇ ਬਾਹਰੀ ਕਰ ਲਿਆ ਹੈ। ਸੋ ਇਹ ਸਤਿਗੁਰੂ ਜੀ ਬਖਸ਼ਿਸ਼ ਕਰਦੇ। ਕਹਿਣ ਲੱਗੇ ਬੰਨਾ ਨਾਮ ਗੁਰਮੁਖੋਂ ਬੰਨ੍ਹਦਾ ਹੈ।
ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ, ਆਪ ਡੁੱਬੇ ਚੋਂ ਵੇਦ ਮੈਂ ਚੇਲੇ ਦੀਏ ਬਹਾਏ। ਜਿਸ ਤਰ੍ਹਾਂ ਵੇਦ ਪੜ੍ਹਨ ਵਾਲੇ ਪੰਡਤ ਆਪ ਤੇ ਰੁੜ ਗਏ, ਆਪਣੇ ਚੇਲੇ ਵੀ ਨਾਲ ਹੀ ਰੁੜ ਕੇ ਲੈ ਗਏ। ਸ਼ੰਕਾ ਪਾ ਦਿੱਤਾ, ਭਰਮ ਪਾ ਦਿੱਤਾ, ਕਰਮਕਾਂਡ ਪਾ ਦਿੱਤਾ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਦੁਨੀਆ ਕਰਮਕਾਂਡ ਵਿੱਚ ਰੁੜਦੀ ਜਾਂਦੀ ਹੈ, ਵਿਕਾਰਾਂ ਵਿੱਚ ਰੁੜਦੀ ਜਾ ਰਹੀ ਸੀ। ਪਰ ਪਰਮੇਸ਼ਰ ਦਿੱਤਾ ਬੰਨਾ, ਪਰਮੇਸ਼ਰ ਨੇ ਬੰਨਾ ਕਹੀਏ ਬੰਨ ਹੀ ਪਾ ਦਿੱਤਾ, ਬੰਨ ਪਾ ਦਿੱਤਾ ਵਿਕਾਰਾਂ ਦਾ, ਬੰਨ ਪਾ ਦਿੱਤੇ ਕਰਮਾਂ ਕਾਂਡਾਂ ਦੇ, ਉਹ ਸਾਰੇ ਮੁਕਾ ਦਿੱਤੇ ਹਨ। ਦੁਖ ਰੋਗ ਕਾ ਡੇਰਾ ਭੰਨਾ। ਇਸ ਕਰਕੇ ਜਦੋਂ ਗੁਰੂ ਦੀ ਕਿਰਪਾ ਪ੍ਰਾਪਤ ਹੋ ਜਾਵੇ ਤੇ ਫਿਰ ਦੁੱਖ ਤੇ ਰੋਗ ਇਹ ਸਾਰੇ ਭੱਜ ਗਏ, ਦੂਰ ਹੋ ਗਏ। ਫਿਰ ਮਹਾਰਾਜ ਫਰਮਾਉਂਦੇ ਹਨ, ਪਰਮੇਸ਼ਰ ਦਿੱਤਾ ਬੰਨਾ। ਗੁਰਮੁਖੋ ਬੰਨਾ ਨਾਮ ਸੰਤੋਖ ਦਾ ਹੈ। ਇਹ ਚੌਥਾ ਅਰਥ ਵਿਦਵਾਨ ਜਿਹੜੇ ਨੇ ਇਸੇ ਤਰ੍ਹਾਂ ਕਰ ਲੈਂਦੇ। ਚੌਥੀ ਥਾਂ ਤੇ ਅਰਥ ਕਰਦਿਆਂ ਹੋਇਆਂ ਇਹ ਬੰਨਾ ਨਾਮ ਸੰਤੋਖ ਦਾ ਹੈ। ਪਰਮੇਸ਼ਰ ਨੇ ਸੰਤੋਖ ਦਿੱਤਾ ਹੈ। ਜਥਾ ਲਾਭ ਤਥਾ ਸੰਤੁਸ਼ਟ ਸੁਣਿਆ ਸਤ ਸੰਤੋਖ ਗਿਆਨ। ਇਹ ਨਾਮ ਸੁਣ ਕੇ ਸੰਤੋਖ ਆ ਜਾਂਦਾ ਹੈ। ਪਰਮਾਤਮਾ ਜੋ ਤੂੰ ਦਿੱਤਾ ਉਹ ਮੇਰੇ ਵਾਸਤੇ ਬਹੁਤਾ ਹੈ, ਅਤੇ ਜੋ ਤੂੰ ਨਹੀਂ ਦਿੱਤਾ ਉਹਦੇ ਵਾਸਤੇ ਵੀ ਮੇਰਾ ਭਲਾ ਹੈ, ਉਹਦੇ ਵਿੱਚ ਮੇਰਾ ਭਲਾ ਨਹੀਂ, ਤਾਂ ਨਹੀਂ ਤੂੰ ਮੈਨੂੰ ਦਿੱਤਾ। ਇਸ ਤਰ੍ਹਾਂ ਗੁਰਮੁਖ ਜਿਹੜੇ ਰੱਬ ਦਾ ਸ਼ੁਕਰ ਕਰਦੇ, ਧੰਨਵਾਦ ਕਰਦੇ, ਕਹਿੰਦੇ ਪਰਮੇਸ਼ਰ ਪਰਮਾਤਮਾ ਨੇ ਸੰਤੋਖ ਰੂਪੀ ਪੁੱਤਰ ਬਖਸ਼ਿਆ ਹੈ। ਦੁਖ ਰੋਗ ਕਾ ਡੇਰਾ ਭੰਨਾ। ਇਸ ਕਰਕੇ ਦੁੱਖ ਤੇ ਰੋਗ ਸਾਰੇ ਭੱਜ ਗਏ, ਦੂਰ ਹੋ ਗਏ ਹਨ। ਆਨੰਦ ਕਰੇ ਨਰ ਨਾਰੀ। ਨਰ ਨਾਮ ਗੁਰਮੁਖੋ ਮਨ ਦਾ ਹੈ। ਜਦੋਂ ਸੰਤੋਖ ਪ੍ਰਾਪਤ ਹੋ ਜਾਂਦਾ ਜਾਂ ਗਿਆਨ ਪ੍ਰਾਪਤ ਹੋ ਜਾਂਦਾ ਉਦੋਂ ਫਿਰ ਇਹ ਨਰ ਕਹੀਏ ਮਨ ਬੜਾ ਖੁਸ਼ ਹੁੰਦਾ। ਹੁਣ ਤੇ ਸਾਡਾ ਮਨ ਕਲਪਦਾ ਪਿਆ ਨਾ, ਕਦੇ ਕਿਸੇ ਦੀ ਗੱਲ ਸੁਣ ਕੇ, ਕਦੇ ਕਿਸੇ ਦਾ ਬਚਨ ਸੁਣ ਕੇ, ਕਦੇ ਵਿਕਾਰਾਂ ਵਿੱਚ ਇਹ ਮਨ ਸੜਦਾ ਪਿਆ। ਫਿਰ ਇਹ ਮਨ ਖੁਸ਼ ਹੋ ਜਾਂਦਾ ਹੈ। ਆਨੰਦ ਕਰੇ ਨਰ, ਨਰ ਨਾਮ ਮਨ ਦਾ ਹੈ। ਕਹਿੰਦੇ ਮਨ ਖੁਸ਼ ਹੋ ਗਿਆ। ਤੇ ਨਾਰੀ, ਨਾਰੀ ਜਿਹੜੀਆਂ ਸਾਡੇ ਸਰੀਰ ਦੀਆਂ ਇੰਦਰੀਆਂ ਨੇ, ਜਿਵੇਂ ਅੱਖਾਂ ਨੇ, ਕੰਨ, ਨੱਕ, ਬੁੱਲ, ਮੂੰਹ ਇਤਿਆਦਿਕ ਜਿਹੜੇ, ਇਹ ਜਿਹੜੀਆਂ ਜਿੰਨੀਆਂ ਵੀ ਨੇ ਇੰਦਰੀਆਂ ਸਰੀਰ ਦੀਆਂ, ਕਹਿੰਦੇ ਇਹ ਵੀ ਖੁਸ਼ ਹੋ ਗਈਆਂ, ਪ੍ਰਸੰਨ ਹੋ ਗਈਆਂ। ਕਿਵੇਂ ਪ੍ਰਸੰਨ ਹੋਈਆਂ? ਕਿਉਂਕਿ ਗਿਆਨ ਰੂਪੀ ਪੁੱਤਰ ਮਿਲਿਆ। ਜਿਨ੍ਹਾਂ ਨੂੰ ਗਿਆਨ ਹੋਇਆ ਉਹਨਾਂ ਦੇ ਨੇਤਰ ਵੀ ਸਫਲੇ ਹੋ ਜਾਂਦੇ ਹਨ। ਹਰ ਹਰ ਪ੍ਰਭ ਕਿਰਪਾ ਧਾਰੀ। ਹਰਿ ਹਰਿ ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਹੈ, ਜੋ ਹਰ ਵੇਲੇ ਰਹਿਣ ਵਾਲਾ ਐਸਾ ਪਰਮਾਤਮਾ ਕਿਰਪਾ ਕਰਦਾ ਹੈ। ਸੰਤ ਹੋ ਸੁਖ ਹੋਆ ਸਭ ਥਾਈ। ਐ ਸੰਤੋ, ਐ ਮਹਾਂਪੁਰਖੋ, ਐ ਬਾਬਾ ਬੁੱਢਾ ਸਾਹਿਬ ਵਰਗੇ ਗੁਰਸਿੱਖੋ, ਉਹਨਾਂ ਨਾਮ ਜਪਣ ਵਾਲਿਆਂ ਨੂੰ ਸਾਰੇ ਥਾਵਾਂ ਤੇ ਸੁਖ ਹੀ ਪ੍ਰਾਪਤ ਹੁੰਦਾ। ਜਿੱਥੇ ਵੀ ਜਾ ਕੇ ਉਹ ਬੈਠ ਜਾਂਦੇ ਉੱਥੇ ਹੀ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਆ ਸਭਨੀ ਜਾਈ। ਪਰਿਪੂਰਨ ਪਰਮਾਤਮਾ ਜਿਹੜਾ ਹੈ ਉਹ ਸਾਰੀਆਂ ਜਗ੍ਹਾ ਤੇ, ਸਾਰੀਆਂ ਥਾਵਾਂ ਤੇ ਰਵਿਆ ਹੋਇਆ, ਸਾਰੀਆਂ ਥਾਵਾਂ ਤੇ ਬਿਰਾਜਮਾਨ, ਸਾਰੀਆਂ ਥਾਵਾਂ ਤੇ ਹੈ। ਰਹਾਉ ਤੁਰਕੀ ਬਾਣੀ ਆਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਬਾਣੀ ਜਿਹੜੀ ਹੈ ਜੋ ਧੁਰ ਰੂਪ ਹੈ ਪਰਮਾਤਮਾ, ਤੇ ਪਰਮਾਤਮਾ ਦੀ ਵੇਦ ਰੂਪੀ ਜਿਹੜੀ ਬਾਣੀ ਹੈ ਜਿਨ੍ਹਾਂ ਦੇ ਵਿੱਚ ਆਈ ਹੈ। ਵੇਦ ਰੂਪੀ ਬਾਣੀ, ਵੇਦਾਂ ਦਾ ਸਿਧਾਂਤ ਜਿਹੜਾ ਸਮਝ ਲੈਣਾ, ਨਿਲਾ ਇਕੱਲੇ ਕਰਮਕਾਂਡ ਵਿੱਚ ਨਹੀਂ ਲੱਗੇ ਰਹਿਣਾ। ਮਹਾਰਾਜ ਕਹਿਣ ਲੱਗੇ ਸੋ ਇਹ ਜਿਹੜਾ ਹੈ ਵੇਦ ਦੇ ਸਿਧਾਂਤ ਨੂੰ ਸਮਝਣਾ। ਬ੍ਰਾਹਮਣੈ ਸੰਗ ਉਦਰਣੰ ਬ੍ਰਹਮ ਕਰਮ ਜੇ ਪੂਰਨ ਹੈ। ਗੁਰਬਾਣੀ ਦਾ ਮਹਾਂਵਾਕ ਹੈ, ਜੇ ਬ੍ਰਾਹਮਣ ਦੇ ਕਰਮ ਪੂਰੇ ਨੇ, ਵਾਕਿਆ ਹੀ ਅੰਦਰੋਂ ਬ੍ਰਾਹਮਣ ਬਣ ਚੁੱਕਿਆ ਹੈ, ਪੂਰੀ ਮਰਿਆਦਾ ਦੇ ਵਿੱਚ ਹੈ, ਤੇ ਫਿਰ ਉਹਦੇ ਨਾਲ ਵੀ ਭਲਾ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਧੁਰ ਕੀ ਬਾਣੀ ਆਈ। ਇਹ ਧੁਰ ਰੂਪ ਜੋ ਪਰਮਾਤਮਾ ਹੈ ਉਹਦੀ ਵੇਦ ਰੂਪੀ ਬਾਣੀ ਜਿਨ੍ਹਾਂ ਨੂੰ ਆਈ ਹੈ, ਸਿਧਾਂਤ ਜਿਨ੍ਹਾਂ ਨੂੰ